ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਓ ਆਪਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਇੱਕ ਐਸੇ ਉਹਨਾਂ ਦੇ ਜੀਵਨ ਦੀ ਘਟਨਾ ਨਾਲ ਜੁੜੀਏ ਜਿੱਥੇ ਬਹੁਤ ਸਾਨੂੰ ਐਸਾ ਗਿਆਨ ਮਿਲੇਗਾ ਅਤੇ ਜਿਹੜਾ ਅਸੀਂ ਸਾਰੀ ਜ਼ਿੰਦਗੀ ਵੀ ਦੁਨੀਆ ਦੀ ਪੜ੍ਹਾਈ ਕਰ ਲਈਏ ਤਾਂ ਅਸੀਂ ਉਹਦੀ ਪ੍ਰਾਪਤੀ ਨਹੀਂ ਕਰ ਸਕਦੇ। ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਜਦੋਂ ਸੱਚਾ ਸੌਦਾ ਕਰਕੇ ਗੁਰੂ ਪਾਤਸ਼ਾਹ ਘਰੇ ਆਏ ਤਾਂ ਪਿਤਾ ਜੀ ਨੇ ਉਹਨਾਂ ਦੇ ਦੁਨਿਆਵੀ ਬਾਲਕ ਸਮਝ ਕੇ ਚਪੇੜਾਂ ਵੀ ਮਾਰੀਆਂ। ਇਸ ਗੱਲ ਨੂੰ ਧਿਆਨ 'ਚ ਰੱਖ ਕੇ ਫਿਰ ਉਹਨਾਂ ਦੀ ਭੈਣ ਨਾਨਕੀ ਜੀ, ਜੋ ਸੁਲਤਾਨਪੁਰ ਵਿਆਹੀ ਹੋਈ ਸੀ ਜੈ ਰਾਮ ਦੇ ਨਾਲ, ਉਹ ਉੱਥੇ ਦਾ ਜਿਹੜਾ ਨਵਾਬ ਦੌਲਤ ਖਾਂ ਸੀ ਉਹਦਾ ਦੀਵਾਨ ਸੀ। ਉਹ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉੱਥੇ ਲੈ ਕੇ ਗਏ। ਉੱਥੇ ਲਿਜਾ ਕੇ ਉਹਨਾਂ ਦੇ ਜਿਹਨੇ ਮੋਦੀ ਖਾਨਾ ਆਪਾਂ ਕਹਿੰਦੇ ਹਾਂ, ਜਿਹਨੂੰ ਆਪਾਂ ਸਰਕਾਰੀ ਹੱਟੀ ਵੀ ਕਹਿ ਸਕਦੇ ਹਾਂ, ਉੱਥੇ ਉਹਨਾਂ ਦੀ ਡਿਊਟੀ ਲਵਾਈ। ਜਦੋਂ ਉੱਥੇ ਉਹਨਾਂ ਨੇ ਡਿਊਟੀ ਕੀਤੀ ਤਾਂ ਸਰਕਾਰੀ ਜਿਹੜੇ ਕਰਮ ਹੁੰਦੇ ਆਪਾਂ ਨੂੰ ਪਤਾ ਹੀ ਆ, ਸ਼ੁਰੂ ਤੋਂ ਆਈ ਚੱਲਦਾ ਆ। ਉੱਥੇ ਕੰਮ ਕਰਨ ਵਾਲੇ ਜਿਹੜੇ ਕਰਮਚਾਰੀ ਸੀ ਉਹ ਲੋਕਾਂ ਦੀ ਲੁੱਟ ਘਸੁੱਟ ਕਰਦੇ ਸੀ, ਜਾਣੀ ਕਿ ਪੂਰਾ ਉਹਨਾਂ ਨੂੰ ਜਿੰਨੇ ਪੈਸੇ ਦਿੰਦੇ ਉਨਾ ਸਮਾਨ ਨਾ ਮਿਲਦਾ। ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਿੰਨੇ ਉਹ ਪੈਸੇ ਦਿੰਦੇ, ਜਦੋਂ ਪੂਰਾ ਸਮਾਨ ਦੇਣਾ ਸ਼ੁਰੂ ਕਰਤਾ ਤਾਂ ਲੋਕ ਬਹੁਤ ਖੁਸ਼ ਹੋਏ। ਅਤੇ ਭਾਵਨਾ ਵਾਲੇ ਜੀਵ ਤਾਂ ਇਹ ਵੀ ਆਪਾਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੇ ਖਜ਼ਾਨਿਆਂ ਦੇ ਮਾਲਕ ਆ, ਉਹ ਵੱਧ ਵੀ ਦਿੰਦੇ ਰਹੇ ਕਿਉਂਕਿ ਦਿਆਲੂ ਕਿਰਪਾਲੂ ਸੀ। ਚਲੋ ਵੱਖੋ ਵੱਖਰੇ ਵਿਊ ਆ, ਕੋਈ ਕਿਵੇਂ ਸਮਝਦਾ ਕੋਈ ਕਿਵੇਂ ਸਮਝਦਾ। ਕੁਝ ਕੁ ਇਤਿਹਾਸਕਾਰਾਂ ਨੇ ਇਹ ਮੰਨਿਆ ਕਿ ਉਹਨਾਂ ਨੇ ਪੂਰੇ ਪੈਸਿਆਂ ਦਾ ਜਦੋਂ ਪੂਰਾ ਸੌਦਾ ਦੇਣਾ ਸ਼ੁਰੂ ਕਰਤਾ, ਲੋਕ ਬੜੇ ਖੁਸ਼ ਹੋਏ ਕਿਉਂਕਿ ਪਹਿਲਾਂ ਉਹਨਾਂ ਦੀ ਲੁੱਟ ਹੋ ਰਹੀ ਸੀ। ਅਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੈ ਜੈਕਾਰ ਕਰਦੇ ਰਹੇ। ਅਤੇ ਉਹਨਾਂ ਨੇ ਮੋਦੀ ਖਾਨੇ ਦੇ ਅੰਦਰ ਜਦੋਂ ਬਹੁਤ ਪਿਆਰ ਪੈ ਗਿਆ ਅਤੇ ਉਹਨਾਂ ਨੂੰ ਲੋਕਾਂ ਨੂੰ ਸੱਚ ਦਾ ਉਪਦੇਸ਼ ਵੀ ਦਿੱਤਾ ਕਿ ਸਾਰਾ ਕੁਝ ਮਾਲਕ ਦਾ, 13 ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਫਿਰ ਉੱਥੇ ਜਿਹੜੇ ਬੇਈਮਾਨ ਕਰਪਟ ਲੋਕ ਸੀ, ਉਹਨਾਂ ਦੀ ਜਦੋਂ ਲੁੱਟ ਬੰਦ ਹੋਈ, ਉਹਨਾਂ ਨੇ ਦੌਲਤ ਖਾਂ ਨਵਾਬ ਕੋਲ ਸ਼ਿਕਾਇਤ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ। ਹਿਸਾਬ ਕਿਤਾਬ ਹੋਏ, ਪੈਸੇ ਵੱਧ ਨਿਕਲੇ, ਪਰ ਗੁਰੂ ਨਾਨਕ ਪਾਤਸ਼ਾਹ ਨੂੰ ਬੜੇ ਯਤਨ ਕੀਤੇ ਗਏ ਕਿ ਤੁਸੀਂ ਦੁਬਾਰਾ ਨੌਕਰੀ ਕਰੋ। ਉਹਨਾਂ ਨੇ ਫਿਰ ਕਿਹਾ ਕਿ ਹਮ ਚਾਕਰ ਗੋਬਿੰਦ ਕੇ, ਦੌਲਤ ਖਾਂ ਅਸੀਂ ਹੁਣ ਤੇਰੀ ਨੌਕਰੀ ਨਹੀਂ ਕਰਨੀ, ਅਸੀਂ ਆਪਣੇ ਮਾਲਕ ਦੀ ਨੌਕਰੀ ਕਰਾਂਗੇ ਜਿਹੜੇ ਕੰਮ ਵਾਸਤੇ ਸੰਸਾਰ 'ਚ ਉਹਨਾਂ ਨੇ ਸਾਨੂੰ ਭੇਜਿਆ। ਫਿਰ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਪਾਤਸ਼ਾਹ ਨੇ ਇੱਕ ਬੜੀ ਅਚਰਜ ਖੇਡ ਖੇਡੀ। ਬੇਈ ਨਦੀ ਦੇ ਅੰਦਰ ਟੁੱਬੀ ਮਾਰੀ ਅਤੇ 3 ਦਿਨ ਅਲੋਪ ਰਹੇ। ਇੱਥੇ ਹੁਣ ਬੜੀ ਗਹਿਰਾਈ ਵਾਲੀ ਗੱਲ ਆ ਕਿ ਪਾਤਸ਼ਾਹ ਗਏ ਕਿੱਥੇ। ਜਦੋਂ ਤਾਂ ਅਸੀਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ, ਉਹ ਤਾਂ ਫਿਰ ਇਹ ਆਪਾਂ ਨੂੰ ਸਮਝਾਉਂਦੇ ਕਿ ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚਖੰਡ ਗਏ, ਨਿਰੰਕਾਰ ਦੇ ਦੇਸ਼ ਗਏ। ਉੱਥੋਂ ਫਿਰ ਮਾਲਕ ਦੀ ਆਗਿਆ ਲੈ ਕੇ ਸੱਚ ਦਾ ਉਪਦੇਸ਼ ਇੱਕ ਓਂਕਾਰ ਤੋਂ ਸਾਨੂੰ ਸਮਝਾਉਣਾ ਸ਼ੁਰੂ ਕੀਤਾ। ਹੁਣ ਕਈ ਤਰਕਵਾਨ ਵੀਰ ਇਹ ਸੋਚਦੇ ਆ ਕਿ ਵਿਗਿਆਨ ਦਾ ਪੱਖ ਵੀ ਆ ਕਿ ਕੋਈ ਇਨਸਾਨ 3 ਦਿਨ ਪਾਣੀ 'ਚ ਡੁੱਬਿਆ ਰਹੇ ਅਤੇ ਉਹ ਜਿਉਂਦਾ ਰਹੇ, ਇਹ ਮੁਸ਼ਕਿਲ ਦੀ ਗੱਲ ਆ। ਪਰ ਗੁਰੂ ਪਿਆਰ ਵਾਲਿਓ, ਇਹ ਜਿਹੜੀਆਂ ਰੂਹਾਨੀਅਤ ਦੀਆਂ ਖੇਡਾਂ ਇਹ ਆਮ ਜੀਵ ਦੀ ਸਮਝ ਤੋਂ ਬਾਹਰ ਹੋ ਜਾਂਦੀਆਂ। ਜਦੋਂ ਕੋਈ ਇਨਸਾਨ, ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਆਪ ਹੀ ਅਕਾਲ ਪੁਰਖ ਦਾ ਰੂਪ ਸੀ, ਜਦੋਂ ਕਿ ਇਨਸਾਨ ਬਹੁਤ ਸਾਰੀ ਬੰਦਗੀ ਕਰ ਲੈਂਦਾ, ਇੱਥੋਂ ਤੱਕ ਸੁਣਿਆ ਕਿ ਉਹ ਆਪਣੇ ਸਰੀਰ ਦੇ ਤੱਤ ਨੇ ਜਿਹੜੇ 5 ਤੱਤਾਂ ਦਾ ਬਣਿਆ, ਇਹਨਾਂ ਨੂੰ ਤੱਤਾਂ ਦੇ ਅੰਦਰ ਵਿਲੀਨ ਕਰਕੇ ਅਲੋਪ ਹੋ ਜਾਂਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਇਹ ਬੇਈ ਨਦੀ ਦੇ ਅੰਦਰ ਖੇਡ ਕੇ ਵਿਖਾਇਆ ਅਤੇ ਆਖਰੀ ਸਮੇਂ ਫਿਰ ਉਹਨਾਂ ਨੇ ਸਾਰੀ ਦੁਨੀਆ ਨੂੰ ਵੀ ਦਿਖਾਤਾ ਜਦੋਂ ਉਹਨਾਂ ਦਾ ਸਰੀਰ ਨਾ ਮਿਲਿਆ। ਅਤੇ ਜਦੋਂ 3 ਦਿਨ ਅਲੋਪ ਰਹੇ, ਬੜਾ ਸੁਲਤਾਨਪੁਰ ਦੇ ਅੰਦਰ ਸ਼ੋਰ ਪਿਆ ਇਸ ਗੱਲ ਦਾ। ਜਿਹੜੇ ਪਿਆਰ ਕਰਨ ਵਾਲੇ ਸੀ ਉਹਨਾਂ ਨੂੰ ਫਿਕਰ ਲੱਗਿਆ, ਉਹ ਵਿਰਾਗੀ ਹੋਏ। ਜਿਹੜੇ ਦੁਸ਼ਮਣ ਸੀ ਉਹਨਾਂ ਨੂੰ ਖੁਸ਼ੀਆਂ ਮਿਲੀਆਂ। ਜਦੋਂ 3 ਦਿਨ ਬਾਅਦ ਪਾਤਸ਼ਾਹ ਬੇਈ ਨਦੀ ਤੋਂ ਬਾਹਰ ਆਏ ਤਾਂ ਬਹੁਤ ਵੱਡਾ ਅਚੰਭਾ ਸੁਭਾਵਿਕ ਸੀ, ਕਿਉਂਕਿ 3 ਦਿਨ ਕੋਈ ਇਨਸਾਨ ਇਹ ਸੋਚਣ ਕਿ ਉਹ ਬੇਈ ਨਦੀ 'ਚ ਟੁੱਬੀ ਮਾਰੀ, ਉਹ ਰੁੜ ਗਏ, ਪਤਾ ਨਹੀਂ ਕੀ ਹੋ ਗਿਆ, ਅਤੇ ਜੀਵ ਆਵੇ, ਸੁਭਾਵਿਕ ਸੀ ਇਕੱਠ ਹੋਣਾ ਬਹੁਤ।
ਉੱਥੇ ਆ ਕੇ ਪਾਤਸ਼ਾਹ ਨੇ ਇੱਕ ਬਚਨ ਬੋਲਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਕਿਉਂਕਿ ਝਗੜੇ ਸੀ ਮਜ਼ਹਬਾਂ ਦੇ, ਦੀਨਾਂ ਦੇ। ਇਹ ਬੜਾ ਇਨਕਲਾਬੀ ਸ਼ਬਦ ਸੀ ਉਹਨਾਂ ਦਿਨਾਂ ਦੇ ਅੰਦਰ, ਤੇ ਇਸ ਗੱਲ ਦਾ ਇਤਰਾਜ਼ ਹੋਇਆ ਫਿਰ। ਤੇ ਜਿਹੜੇ ਮੌਲਵੀ ਸੀ ਕਾਜੀ, ਉਹਨਾਂ ਨੇ ਬਹੁਤ ਇਤਰਾਜ਼ ਕੀਤਾ। ਦੌਲਤ ਖਾਂ ਦੇ ਕੋਲ ਸ਼ਿਕਾਇਤ ਕੀਤੀ ਗਈ ਕਿ ਨਾਨਕ ਇਹ ਗੱਲ ਕਹਿੰਦਾ, ਨਾ ਹਮ ਹਿੰਦੂ ਨਾ ਮੁਸਲਮਾਨ। ਦੌਲਤ ਖਾਂ ਜੀ ਆਏ, ਉਹ ਕਹਿੰਦੇ ਨਾਨਕ ਇਹ ਤੁਸੀਂ ਕੀ ਸ਼ਬਦ ਬੋਲਦੇ ਹੋ? ਉਹ ਕਹਿੰਦੇ ਜੀ ਮੈਂ ਗਲਤ ਨਹੀਂ ਬੋਲਦਾ, ਇਹ ਸਾਰਾ ਮਾਲਕ ਦਾ ਹੀ ਖੇਡ ਆ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ। ਤਬ ਦੌਲਤ ਖਾਂ ਨੇ ਇੱਕ ਸ਼ਰਤ ਰੱਖੀ, ਜੇ ਤੈਨੂੰ ਕੋਈ ਫਰਕ ਨਹੀਂ ਤਾਂ ਕਾਜੀ ਕਹਿੰਦਾ ਤੁਸੀਂ ਸਾਡੇ ਨਾਲ ਮਸੀਤ 'ਚ ਚੱਲ ਕੇ ਨਵਾਜ਼ ਅਦਾ ਕਰੋ। ਪਾਤਸ਼ਾਹ ਕਹਿੰਦੇ ਕੋਈ ਫਰਕ ਨਹੀਂ। ਗਏ, ਪਰ ਪਾਤਸ਼ਾਹ ਕਹਿੰਦੇ ਸ਼ਰਤ ਇੱਕ ਸਾਡੀ ਵੀ ਹੈ, ਅਸੀਂ ਨਵਾਜ਼ ਅਦਾ ਕਰ ਦਿਆਂਗੇ, ਪਰ ਸ਼ਰਤ ਇਹ ਕਿ ਸਾਡੇ ਨਾਲ ਤੁਸੀਂ ਨਮਾਜ਼ ਪੜ੍ਹਿਓ। ਮਸੀਤ 'ਚ ਇਕੱਠੇ ਹੋਏ ਹੋਰ ਵੀ ਮੁਸਲਮਾਨ ਭਾਈਚਾਰਾ ਹੋਇਆ ਨਮਾਜ਼ ਦੇ ਸਮੇਂ, ਤੇ ਉਹ ਨਮਾਜ਼ ਪੜ੍ਹਨ, ਤੇ ਪਾਤਸ਼ਾਹ ਖੜੇ ਰਹੇ। ਕਾਜੀ ਬਹੁਤ ਕ੍ਰੋਧਮਾਨ ਹੋਇਆ, ਉਹ ਕਹਿੰਦੇ ਜੀ ਤੁਸੀਂ ਇਹ ਕੀ ਗੱਲਾਂ ਕਰਦੇ ਹੋ? ਇੱਕ ਤਾਂ ਕੁਫਰ ਤੋਲਦੇ ਹੋ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਫਿਰ ਤੁਸੀਂ ਨਮਾਜ਼ ਪੜ੍ਹੀ ਨਹੀਂ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੀ ਤੁਸੀਂ ਸਾਡੀ ਸ਼ਰਤ ਨਹੀਂ ਪੂਰੀ ਕੀਤੀ। ਕੀ ਬਈ? ਅਸੀਂ ਕਿਹਾ ਸੀ ਕਿ ਤਾਂ ਨਮਾਜ਼ ਪੜ੍ਹਾਂਗੇ ਜੇ ਸਾਡੇ ਨਾਲ ਤੁਸੀਂ ਪੜ੍ਹੋਗੇ। ਕਾਜੀ ਕਹਿੰਦਾ ਜੀ ਮੈਂ ਤਾਂ ਪੜ੍ਹੀ ਆ। ਪਾਤਸ਼ਾਹ ਕਹਿੰਦੇ ਨਹੀਂ, ਤੂੰ ਤਾਂ ਹਾਜ਼ਰ ਹੀ ਨਹੀਂ ਸੀ, ਤੂੰ ਤਾਂ ਤੇਰੇ ਘਰ ਦੇ ਅੰਦਰ ਘੋੜੀ ਸੂਈ ਆ, ਉਹਦੇ ਬੱਚੇ ਦਾ ਫਿਕਰ ਸੀ, ਤੂੰ ਤਾਂ ਉੱਥੇ ਫਿਰਦਾ ਸੀ। ਤੇ ਨਵਾਬ ਦੌਲਤ ਖਾਂ ਕਹਿੰਦਾ ਜੀ ਮੇਰੇ ਨਾਲ ਪੜ੍ਹ ਲੈਂਦੇ। ਪਾਤਸ਼ਾਹ ਕਹਿੰਦੇ ਨਵਾਬ ਜੀ ਹਾਜ਼ਰ ਤਾਂ ਤੁਸੀਂ ਵੀ ਨਹੀਂ ਸੀ, ਤੁਸੀਂ ਤਾਂ ਕਾਬਲ ਦੇ ਅੰਦਰ ਘੋੜੇ ਖਰੀਦ ਰਹੇ ਸੀ। ਇੱਥੇ ਸਾਨੂੰ ਬਹੁਤ ਗਹਿਰਾ ਗਿਆਨ ਮਿਲਦਾ। ਜੋ ਗੁਰੂ ਨਾਨਕ ਦੇ ਘਰ ਦਾ ਮੇਨ ਸਿਧਾਂਤ ਆ, ਇੱਥੇ ਆ ਕੇ ਟਿਕ ਜਾਂਦੀ ਆ ਗੱਲ, ਕਿ ਜਦੋਂ ਅਸੀਂ ਪਾਠ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਅਸੀਂ ਪਰਮਾਤਮਾ ਦੀ ਯਾਦ 'ਚ ਬਹਿੰਦੇ ਹਾਂ, ਉਦੋਂ ਸਾਡਾ ਧਿਆਨ ਕਿੱਥੇ ਚਲਿਆ ਜਾਂਦਾ ਜਾਂ ਜਾਂਦਾ ਕਿਵੇਂ ਆ, ਇਹ ਗੱਲ ਦਾ ਆਪਾਂ ਨੂੰ ਭੇਦ ਨਹੀਂ। ਫਿਰ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਸਾਨੂੰ ਇਹ ਗੱਲ ਦਾ ਭੇਦ ਆਉਂਦਾ। ਗੁਰਬਾਣੀ ਦੁਆਰਾ ਜਦੋਂ ਆਪਾਂ ਸਮਝਦੇ ਹਾਂ ਕਿ ਸਾਡੀ ਜਿਹੜੀ ਸੁਰਤ ਆ, ਸਾਡਾ ਜਿਹੜਾ ਮਨ ਆ, ਉਹ ਵਿਚਾਰਾਂ ਦਾ ਕਰਕੇ ਵਿਚਾਰਾਂ ਦੇ ਅੰਦਰ ਬਹੁਤ ਦੂਰ ਚਲਿਆ ਜਾਂਦਾ। ਕਿਉਂਕਿ ਪੰਜ ਦੂਤ ਚਿਤਬੇ ਬੇਕਾਰਾ, ਮੋਹ ਮਾਇਆ ਕਾ ਇਹ ਪਸਾਰਾ। ਸਰੀਰ ਸਾਡਾ ਹੁੰਦਾ ਤੇ ਮਨ ਸਾਡਾ ਗੈਰ ਹਾਜ਼ਰ ਹੋ ਜਾਂਦਾ। ਫਿਰ ਸਵਾਲ ਇਹ ਹੁੰਦਾ ਕਿ ਮਨ ਤਾਂ ਗੈਰ ਹਾਜ਼ਰ ਹੋ ਗਿਆ, ਬਾਣੀ ਕੌਣ ਪੜ੍ਹਦਾ? ਨਮਾਜ਼ ਕਿਹਨੇ ਪੜ੍ਹੀ? ਉਹ ਗੁਰੂ ਪਿਆਰ ਵਾਲਿਓ ਸਾਡੀ ਆਤਮਾ ਪੜ੍ਹਦੀ ਹੈ, ਤੇ ਆਤਮਾ ਹੀ ਫਿਰ ਇਹ ਬੋਲਦੀ ਆ ਕਿ ਅੱਜ ਮੇਰਾ ਮਨ ਨਹੀਂ ਟਿਕਿਆ। ਇਸ ਤਰ੍ਹਾਂ ਜਦੋਂ ਉਹਨਾਂ ਦੀ ਮਨ ਨੂੰ ਫੜ ਕੇ, ਪਾਤਸ਼ਾਹ ਗੁਰੂ ਨਾਨਕ ਸਾਹਿਬ 'ਚ ਸ਼ਕਤੀ ਆ ਨਾ, ਉਹ ਤਾਂ ਸਾਡੀ ਸੁਰਤੀ ਨੂੰ ਫੜ ਲੈਂਦੇ, ਤੇ ਭਜਨ ਬੰਦਗੀ ਕਰਨ ਵਾਲੇ ਜੀਵਾਂ 'ਚ ਵੀ ਇਹ ਪਾਵਰ ਆ ਜਾਂਦੀ ਆ, ਉਹ ਅਗਲੇ ਦਾ ਫੁਰਨਾ ਫੜ ਲੈਂਦੇ ਆ। ਪਰ ਇਹ ਗੁਰੂ ਨਾਨਕ ਦੇ ਘਰ ਦਾ ਅਸੂਲ ਆ, ਹੋਣ ਜੀ ਕੋ ਖੁਦਾਈ ਦੇ ਭੇਦ ਨਾ ਕਿਸੇ ਦੇਣ, ਸਬਰ ਅੰਦਰ ਸਾਵਰੀ ਤਨ ਏਵੇ ਜਾ ਲੈਨ, ਹੋਣ ਜੀ ਕੋ ਖੁਦਾਈ ਦੇ ਭੇਦ ਨਾ ਕਿਸੇ ਦੇਣ। ਉਹ ਸਾਰਾ ਕੁਝ ਦੇਖ ਕੇ ਚੁੱਪ ਕਰ ਰਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਨੂੰ ਫਿਰ ਦੱਸਣਾ ਪਿਆ ਕਿ ਕਾਜੀ ਸਾਹਿਬ ਤੁਸੀਂ ਘਰੇ ਫਿਰਦੇ ਸੀ, ਨਵਾਬ ਜੀ ਤੁਸੀਂ ਕਾਬਲ ਦੀ ਮੰਡੀ 'ਚ ਘੋੜੇ ਖਰੀਦਦੇ ਫਿਰਦੇ ਸੀ। ਜਦੋਂ ਉਹਨਾਂ ਦੇ ਮਨ ਦੀ ਪਕੜ ਕਰਕੇ ਦੱਸੀ ਤਾਂ ਉਹ ਬਹੁਤ ਵਿਚਾਰੇ, ਉੱਥੇ ਉਹਨਾਂ ਨੂੰ ਸ਼ਰਮ ਮਹਿਸੂਸ ਹੋਈ, ਕਿਉਂਕਿ ਹਕੀਕਤ ਸੀ, ਗੱਲ ਇਹੀ ਸੀ। ਅੱਜ ਆਪਣੇ ਨਾਲ ਵੀ ਹੋ ਜਾਂਦਾ। ਕਈ ਵਾਰ ਬਾਣੀ ਪੜ੍ਹਨ ਲੱਗਦੇ ਹਾਂ, ਗੁਟਕਾ ਸਾਹਿਬ ਪ੍ਰਕਾਸ਼ ਕੀਤਾ, ਸ਼ੁਰੂ ਵੇਲੇ ਇੱਕ ਦੋ ਪੌੜੀਆਂ ਮਨ ਹਾਜ਼ਰ ਰਿਹਾ, ਤੇ ਜਦੋਂ ਸਮਾਪਤੀ 'ਤੇ ਪਹੁੰਚਦੇ ਹਾਂ ਤਾਂ ਸੁਰਤੀ ਕਿਤੋਂ ਹੋਰ ਹੀ ਲੱਭਦੀ ਆ। ਧਾਰਮਿਕ ਜਗਤ ਦੀ ਸਾਰਿਆਂ ਨਾਲੋਂ ਵੱਡੀ ਮੁਸ਼ਕਿਲ ਅੱਜ ਇਹ ਆ ਮਨ ਦੀ ਇਕਾਗਰਤਾ। ਜਿੰਨਾ ਚਿਰ ਹੁਣ ਸਾਡਾ ਮਨ ਨਹੀਂ ਇਕਾਗਰ ਹੁੰਦਾ, ਉਨਾ ਚਿਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਜਿੰਨਾ ਚਿਰ ਸਾਡੇ ਮਨ ਦੇ ਵਿਚਾਰ ਨਹੀਂ ਰੁਕਦੇ, ਉਨਾ ਚਿਰ ਸਾਡੀ ਇਕਾਗਰਤਾ ਨਹੀਂ ਬਣਦੀ। ਜਿੰਨਾ ਚਿਰ ਇਕਾਗਰਤਾ ਗੁਰੂ ਪਿਆਰਿਓ ਨਹੀਂ ਬਣਦੀ, ਅਸੀਂ ਆ ਗਿਆਨ ਤੇ ਕਰਮ ਇੰਦਰੀਆਂ ਤੋਂ ਉੱਪਰ ਨਹੀਂ ਉੱਠਦੇ। ਜਿਹੜੇ ਪ੍ਰਮਾਤਮਾ ਨੂੰ ਅਗੋਚਰ ਕਿਹਾ ਗਿਆ, ਜਿਹੜਾ ਸਾਡੀਆਂ ਗਿਆਨ ਤੇ ਕਰਮ ਇੰਦਰੀਆਂ ਤੋਂ ਪਰੇ ਦੀ ਗੱਲ ਆ, ਉਹਦੇ ਨਾਲ ਸਾਡਾ ਮਿਲਾਪ ਉਦੋਂ ਹੁੰਦਾ ਜਦੋਂ ਸਾਡੀ ਸੁਰਤ ਗਿਆਨ ਤੇ ਕਰਮ ਇੰਦਰੀਆਂ ਨੂੰ ਛੱਡ ਕੇ ਇਕਾਗਰ 'ਚ ਜਾਂਦੀ ਹੈ।
ਜਿੱਥੇ ਕੋਈ ਵਿਚਾਰ ਨਹੀਂ, ਅਫੁਰਵਸਥਾ ਜਿਹਨੂੰ ਕਹਿਤਾ, ਚੌਥਾ ਪਦ ਕਹਿਤਾ, ਉਹਦੇ ਵਾਸਤੇ ਸਾਨੂੰ ਗੁਰੂ ਦੇ ਮੰਤਰ ਦਾ ਜਾਪ ਕਰਨਾ ਦੱਸਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ। ਜਿੱਥੇ ਸਾਨੂੰ ਗੁਰਬਾਣੀ ਅੰਦਰ ਗਿਆਨ ਦਿੱਤਾ, ਇਤਿਹਾਸ ਅੰਦਰ ਵੀ ਉਹਨਾਂ ਨੇ ਸਮਝਾਇਆ ਕਿ ਅੰਤਰ ਸਵਾਸ ਜੇ ਵਾਹੇ ਮਿਲਾਵੇ, ਨਿਕਸੇ ਵਹਿਰ ਤਾਂ ਗੁਰੂ ਉਲਾਵੇ। ਅਸੀਂ ਆਪਣੀ ਹੀ ਆਵਾਜ਼ ਦੇ ਅੰਦਰ ਧਿਆਨ ਰੱਖ ਕੇ ਜਦੋਂ ਸ਼ਬਦ ਦਾ ਗੁਰਮੰਤਰ ਦਾ ਜਾਪ ਕਰਦੇ ਹਾਂ, ਫਿਰ ਸਾਡੀ ਇਕਾਗਰਤਾ ਬਣਦੀ ਆ, ਤੇ ਇਹ ਫਿਰ ਸਾਰਾ ਗਿਆਨ ਦਿੱਤਾ ਪਾਤਸ਼ਾਹ ਨੇ ਉੱਥੇ ਕਾਜੀ ਨੂੰ ਵੀ ਦਿੱਤਾ ਤੇ ਦੌਲਤ ਨਵਾਬ ਖਾਂ ਨੂੰ ਵੀ। ਫਿਰ ਨਵਾਬ ਦੌਲਤ ਖਾਂ ਨੇ ਹੱਥ ਬੰਨੇ, ਸੁਨੇਹੇ ਭੇਜੇ ਕਿ ਨਾਨਕ ਨੂੰ ਕਹੋ। ਜਦੋਂ ਉਹਨੂੰ ਪਤਾ ਲੱਗ ਗਿਆ ਨਾ ਕਿ ਹੁਣ ਪਾਤਸ਼ਾਹ ਨੇ ਵਿਚਾਰ ਬਣਾ ਲਿਆ ਸੰਸਾਰ ਦੇ ਅੰਦਰ ਪ੍ਰਚਾਰਕ ਫੇਰੀਆਂ ਕਰਨੀਆਂ, ਜਿਹਨੂੰ ਆਪਾਂ ਉਦਾਸੀਆਂ ਚਾਰ ਕਹਿੰਦੇ ਆ, ਉਹਨੇ ਆਪਣੇ ਅਹਿਲਕਾਰ ਭੇਜੇ ਕਿ ਜਾਓ ਜੈ ਰਾਮ ਦੇ ਘਰੇ, ਨਾਨਕ ਨੂੰ ਕਹੋ ਕਿ ਜਿਹੜਾ ਮਰਜੀ ਉੱਚੇ ਤੋਂ ਉੱਚਾ ਅਹੁਦਾ ਲੈ ਲੈਣ, ਉਹ ਸੁਲਤਾਨਪੁਰ ਛੱਡ ਕੇ ਨਾ ਜਾਣ। ਪਾਤਸ਼ਾਹ ਕਹਿੰਦੇ ਧੰਨਵਾਦ ਜੀ, ਪਰ ਅਸੀਂ ਹੁਣ ਸੁਲਤਾਨ ਨਵਾਬ ਦੌਲਤ ਖਾਂ ਤੇਰੇ ਨੌਕਰ ਨਹੀਂ ਰਹਿਣਾ, ਅਸੀਂ ਤਾਂ ਉਸ ਮਾਲਕ ਦੇ ਨੌਕਰ ਬਣਾਂਗੇ, ਹਮ ਚਾਕਰ ਗੋਬਿੰਦ ਕੇ। ਫਿਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੋਂ ਚਾਰ ਉਦਾਸੀਆਂ ਜਿਹਨੂੰ ਆਪਾਂ ਕਹਿੰਦੇ ਆ, ਚਾਰੇ ਦਿਸ਼ਾਵਾਂ ਦੇ ਅੰਦਰ ਜਾ ਕੇ ਲੋਕਾਂ ਨੂੰ ਸੱਚ ਦਾ ਗਿਆਨ ਦਿੱਤਾ, ਪਰਮਾਤਮਾ ਦਾ ਗਿਆਨ ਦਿੱਤਾ, ਜੀਵਨ ਦੀ ਜਾਂਚ ਦੱਸੀ, ਭਰਮਾਂ ਚੋਂ ਕੱਢਿਆ। ਉਹ ਅੱਗੇ ਦੀ ਅੱਗੇ ਜਿਵੇਂ ਜਿਵੇਂ ਆਪਣਾ ਸਮਾਂ ਬਣਦਾ ਜਾਊਗਾ, ਆਪਾਂ ਉਹ ਉੱਧਰਲੀਆਂ ਜਿਹੜੀਆਂ ਚਾਰ ਉਦਾਸੀਆਂ ਨੇ ਉਹਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਗੁਰੂ ਪਿਆਰ ਵਾਲੀ ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਤੱਖ ਸ਼ਕਤੀ ਆਇਆ ਸੰਸਾਰ ਦੇ ਅੰਦਰ। ਜਿਹੜੇ ਜਿਹੜੇ ਜੀਵ ਨੇ ਗੁਰੂ ਨਾਨਕ ਦੇ ਘਰ ਦਾ ਗਿਆਨ ਲੈ ਲਿਆ, ਗੁਰੂ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਸਾਡੇ ਤੇ ਕਿਰਪਾ ਕਰਨ ਪਾਤਸ਼ਾਹ ਸਾਰਿਆਂ ਤੇ, ਸਾਨੂੰ ਉਹ ਦਾਤ ਬਖਸ਼ਣ, ਜਿਹੜੇ ਉਹਨਾਂ ਦੇ ਤਿੰਨ ਸਿਧਾਂਤ ਆ ਉਹਨਾਂ ਤੇ ਚੱਲਣ ਦੀ ਸਾਨੂੰ ਸਮੱਤ ਬਖਸ਼ਣ, ਨਾਮ ਜਪਣ ਦੀ, ਕਿਰਤ ਕਰਨ ਦੀ ਤੇ ਵੰਡ ਛਕਣ ਦੀ, ਜਿਹਦੇ ਨਾਲ ਸਾਡਾ ਜੀਵਨ ਸਫਲ ਹੋਣਾ। ਇਹ ਆਪਾਂ ਸਿੱਖਿਆ ਪਾਤਸ਼ਾਹ ਦੀ ਮਨ ਦੇ ਅੰਦਰ ਲੈ ਕੇ ਚੱਲਣੀ ਆ। ਸਤਿਗੁਰੂ ਦਾ ਆਸ਼ੀਰਵਾਦ ਲਈਏ, ਪਾਤਸ਼ਾਹ ਕਿਰਪਾ ਕਰਨ, ਤੇ ਇਹ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।